ਜੈ ਮਸੀਹ ਦੀ ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਇੱਕ ਵਾਰ ਫੇਰ ਤੋਂ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਪ੍ਰਭੂ ਯਿਸੂ ਜੀ ਦੇ ਵਿੱਚ ਭਲੇ ਚੰਗੇ ਹੋਵੋਗੇ। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਡੇ ਉੱਤੇ ਕਿਰਪਾ ਕੀਤੀ ਅਤੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਨੂੰ ਲੈ ਕੇ ਇੱਕ ਵਾਰ ਫੇਰ ਤੋਂ ਤੁਹਾਡੇ ਨਾਲ ਰੂਬਰੂ ਹੋ ਸਕੀਏ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਕਾਫੀ ਦਿਨਾਂ ਤੋਂ ਪ੍ਰਭੂ ਯਿਸੂ ਜੀ ਦੇ ਪਹਾੜੀ ਉਪਦੇਸ਼ਾਂ ਤੋਂ ਸਿੱਖਿਆ ਪ੍ਰਾਪਤ ਕਰਦੇ ਆ ਰਹੇ ਹਾਂ। ਬਾਈਬਲ ਬਾਣੀ ਦੇ ਵਿੱਚ ਇਹ ਪਹਾੜੀ ਉਪਦੇਸ਼ ਮੱਤੀ ਦੀ ਅੰਜੀਲ ਦੇ 5ਵੇਂ 6ਵੇਂ ਅਤੇ 7ਵੇਂ ਅਧਿਆਏ ਦੇ ਵਿੱਚ ਦਰਜ ਹਨ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਤੋਂ ਜਿਸ ਵਿਸ਼ੇ ਦੇ ਉੱਤੇ ਅਧਿਐਨ ਕਰ ਰਹੇ ਹਾਂ ਉਸ ਦਾ ਨਾਮ ਹੈ ਸਵਰਗ ਦੀ ਪ੍ਰਸ਼ੰਸਾ। ਇਸ ਦੇ ਲਈ ਅਸੀਂ ਮੱਤੀ ਦੀ ਅੰਜੀਲ ਦੇ 6 ਅਧਿਆਏ ਦੀ 1 ਆਇਤ ਤੋਂ ਲੈ ਕੇ 6 ਆਇਤਾਂ ਤੱਕ ਅਤੇ ਫਿਰ 16 ਤੋਂ ਲੈ ਕੇ 18 ਆਇਤਾਂ ਦੇ ਵਚਨਾਂ ਦੇ ਉੱਤੇ ਗੌਰ ਕਰ ਰਹੇ ਸੀ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨ ਦੇਣ ਬਾਰੇ ਅਤੇ ਪ੍ਰਾਰਥਨਾ ਕਰਨ ਦੇ ਬਾਰੇ ਸਿੱਖ ਰਹੇ ਸੀ ਅਤੇ ਥੋੜਾ ਜਿਹਾ ਵਰਤ ਰੱਖਣ ਦੇ ਵਿਸ਼ੇ ਦੇ ਉੱਤੇ ਵੀ ਅਸੀਂ ਗੱਲਬਾਤ ਕੀਤੀ ਸੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਵਰਤ ਦੇ ਬਾਰੇ ਵਧੇਰੇ ਜਾਣਕਾਰੀ ਲੈਣ ਦੇ ਲਈ ਇਸੇ ਵਿਸ਼ੇ ਦੇ ਉੱਤੇ ਆਪਣੇ ਅਧਿਐਨ ਨੂੰ ਅੱਗੇ ਵਧਾਵਾਂਗੇ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹੋ। ਤਾਂ ਫਿਰ ਆਓ ਛੇਤੀ ਨਾਲ ਅੱਜ ਦੇ ਅਧਿਐਨ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪਿਛਲੇ ਪ੍ਰੋਗਰਾਮ ਦਾ ਹਿੱਸਾ ਅਸੀਂ ਇਸ ਪ੍ਰੋਗਰਾਮ ਵਿੱਚ ਜਾਰੀ ਰੱਖਾਂਗੇ। ਸਾਡੇ ਨਾਲ ਇਹਨਾਂ ਪ੍ਰੋਗਰਾਮਾਂ ਵਿੱਚ ਬਣੇ ਰਹੋ। ਉਹ ਪਰਮੇਸ਼ਰ ਲਈ ਵਰਤ ਰੱਖ ਰਹੇ ਹੈ, ਜਿਨ੍ਹਾਂ ਜ਼ਿਆਦਾ ਉਹ ਇਸ ਤਰ੍ਹਾਂ ਦਿਖਾਈ ਦੇ ਸਕਣ ਕਿ ਉਹ ਵਰਤ ਰੱਖੇ ਹਨ। ਉਹਨਾਂ ਦੀ ਬਿਹਤਰ ਪਸੰਦ ਕਰਦੇ ਹਨ, ਕਿਉਂਕਿ ਲੋਕ ਉਹਨਾਂ ਕੋਲ ਆਉਣਗੇ ਅਤੇ ਆਖਣਗੇ, ਤੂੰ ਕਿਹੋ ਜਿਹੇ ਪਰਮੇਸ਼ਰ ਪ੍ਰਸਤ ਮਨੁੱਖ ਹੋਵੇਗਾ, ਆਪਣੇ ਆਪ ਨੂੰ ਸਰੀਰਕ ਪੋਸ਼ਣ ਤੋਂ ਵਾਂਝਾ ਰੱਖਦਿਆਂ ਕਿ ਤੂੰ ਪਰਮੇਸ਼ਰ ਦੇ ਨੇੜੇ ਰਹੇ, ਜਦੋਂ ਕਿ ਅਸਲ ਵਿੱਚ ਇਹ ਬਿਲਕੁਲ ਇਸ ਤਰ੍ਹਾਂ ਨਹੀਂ ਸੀ। ਉਹ ਲੋਕਾਂ ਨੂੰ ਜੋ ਕਿ ਉਹਨਾਂ ਦੇ ਆਲੇ ਦੁਆਲੇ ਸਨ, ਉਹਨਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਵਰਤ ਰੱਖ ਰਹੇ ਸਨ। ਭਾਗ ਐੜਾ ਵਰਤ ਰੱਖਣ ਦਾ ਸਹੀ ਤਰੀਕਾ। ਹੁਣ ਵਰਤ ਰੱਖਣ ਦਾ ਸਹੀ ਤਰੀਕਾ ਕੀ ਹੈ? ਵਰਤ ਰੱਖਣ ਦਾ ਸਹੀ ਤਰੀਕਾ ਸਿਰ ਨੂੰ ਤੇਲ ਲਾ ਕੇ ਅਤੇ ਆਪਣੇ ਮੂੰਹ ਨੂੰ ਧੋ ਕੇ ਵਰਤ ਰੱਖਣਾ ਹੈ, ਤਾਂ ਕਿ ਆਪ ਮਨੁੱਖਾਂ ਨੂੰ ਇਸ ਤਰ੍ਹਾਂ ਜਾਪੋ ਜਿਵੇਂ ਕਿ ਆਪ ਵਰਤ ਰੱਖ ਰਹੇ ਹੋਵੋ, ਬਲਕਿ ਆਪਣੇ ਸਵਰਗੀ ਪਿਤਾ ਦੇ ਸਨਮੁਖ ਜੋ ਕਿ ਗੁਪਤ ਵਿੱਚ ਹੈ। ਜੋ ਕੁਝ ਯਿਸੂ ਜੀ ਨੇ ਆਖਿਆ ਸੀ ਉਹ ਇਹ ਸੀ, ਜੇਕਰ ਆਪ ਵਰਤ ਰੱਖਣ ਜਾ ਰਹੇ ਹੋ ਤਦ ਇਸ ਤਰ੍ਹਾਂ ਕਰੋ, ਪਰ ਇਸ ਨੂੰ ਜੀਵਨ ਦੇ ਆਮ ਰੋਜ਼ਮਰਾ ਦੀ ਤਰ੍ਹਾਂ ਇਸ ਨੂੰ ਲਓ। ਇੱਥੇ ਇਹ ਨਹੀਂ ਆਖਿਆ ਗਿਆ ਕਿ ਸਿਰਫ ਉਹੀ ਸਮੇਂ ਜਦੋਂ ਆਪ ਆਪਣਾ ਸਿਰ ਨੂੰ ਤੇਲ ਮਲਦੇ ਹੋ ਅਤੇ ਆਪਣੇ ਮੂੰਹ ਨੂੰ ਧੋਂਦੇ ਹੋ ਉਹੀ ਹੈ ਜਦੋਂ ਆਪ ਵਰਤ ਰੱਖ ਰਹੇ ਹੋ। ਇਹ ਆਖ ਰਿਹਾ ਹੈ ਕਿ ਆਮ ਕੰਮ ਆਪ ਕਰੋ, ਇਹੋ ਹੀ ਹੈ ਸਿਰ ਨੂੰ ਤੇਲ ਲਾਉਣਾ ਅਤੇ ਚਿਹਰੇ ਨੂੰ ਧੋਣਾ। ਇਸ ਤਰ੍ਹਾਂ ਜਦੋਂ ਆਪ ਵਰਤ ਰੱਖੋ, ਇਸ ਨੂੰ ਨਾ ਬਦਲੋ, ਬਸ ਉਹ ਕਰਦੇ ਜਾਓ ਜੋ ਆਪ ਕਰਦੇ ਹੋ ਅਤੇ ਆਪਣੇ ਕਾਰੋਬਾਰ ਵਿੱਚ ਲੱਗੇ ਰਹੋ। ਜੇਕਰ ਆਪ ਦੇ ਕੋਲ ਆਪਣੀਆਂ ਗੱਲਾਂ ਕੁਝ ਚਿਪਕ ਗਈਆਂ ਹੋਣ ਅਤੇ ਕੋਈ ਆਪ ਕੋਲ ਆਣ ਕੇ ਆਪ ਨੂੰ ਆਖੇ, ਆਪ ਤਾਂ ਥੋੜੇ ਜਿਹੇ ਪਤਲੇ ਦਿਖ ਰਹੇ ਹੋ, ਕੀ ਗੱਲ ਹੋਈ? ਆਪ ਨੂੰ ਉਹਨਾਂ ਨੂੰ ਦੱਸਣਾ ਪੈਣਾ ਹੈ ਕਿ ਆਪ ਵਰਤ ਰੱਖ ਰਹੇ ਹੋ, ਪਰ ਆਪ ਇਸ ਨੂੰ ਦਿਖਾਵਾ ਕਰਨ ਦੇ ਲਈ ਨਾ ਕਰੋ। ਜਾਂ ਫਿਰ ਹੋ ਸਕਦਾ ਹੈ ਆਪ ਨੂੰ ਕਿਸੇ ਨੂੰ ਖਾਣੇ ਤੇ ਬੁਲਾਇਆ ਹੋਵੇ ਅਤੇ ਆਪ ਨੂੰ ਕਿਸੇ ਦੇ ਨਾਲ ਦੁਪਹਿਰ ਦੇ ਖਾਣੇ ਤੇ ਜਾਣਾ ਪੈਣਾ ਹੈ ਅਤੇ ਇਹ ਬੁੱਧਵਾਰ ਦਾ ਦਿਨ ਹੈ। ਇਹ ਉਹੀ ਦਿਨ ਹੈ ਜਦੋਂ ਆਪ ਵਰਤ ਰੱਖਦੇ ਹੋ। ਆਪ ਆਖਦੇ ਹੋ ਕਿ ਆਪ ਨਹੀਂ ਖਾਣ ਜਾ ਰਹੇ ਅਤੇ ਉਹ ਆਪ ਨੂੰ ਮਜਬੂਰ ਕਰਦੇ ਹਨ। ਇਸ ਲਈ ਆਪ ਉਹਨਾਂ ਨੂੰ ਦੱਸਦੇ ਹੋ ਕਿ ਇਹ ਉਹ ਦਿਨ ਹੈ ਜਦੋਂ ਆਪ ਵਰਤ ਰੱਖਦੇ ਹੋ। ਇਸ ਤਰ੍ਹਾਂ ਕਰਨਾ ਕੁਝ ਵੀ ਗਲਤ ਨਹੀਂ ਹੈ, ਪਰ ਆਪ ਇਸ ਦਾ ਦਿਖਾਵਾ ਨਾ ਕਰੋ। ਜਦੋਂ ਆਪ ਕੋਈ ਵੱਡਾ ਦਿਖਾਵਾ ਕਰਦੇ ਹੋ ਤਦ ਜੋ ਆਖਦਾ ਹੈ ਉਹ ਇਹ ਹੈ ਕਿ ਆਪ ਇਸ ਨੂੰ ਪਰਮੇਸ਼ਰ ਦੇ ਲਈ ਨਹੀਂ, ਬਲਕਿ ਇਹ ਤਾਂ ਆਪਣੀ ਪਛਾਣ ਬਣਾਉਣ ਲਈ ਕਰ ਰਹੇ ਹੋ। ਭਾਗ ਈੜੀ ਵਰਤ ਰੱਖਣ ਦਾ ਫਲ। ਇੱਕ ਵਾਰ ਫਿਰ ਇੱਥੇ ਇੱਕ ਫਲ ਹੈ ਜੋ ਇਸ ਦੇ ਨਾਲ ਜੁੜਿਆ ਹੋਇਆ ਹੈ। ਉਹਨਾਂ ਲੋਕਾਂ ਲਈ ਫਲ ਜੋ ਗਲਤ ਤਰੀਕੇ ਦੇ ਨਾਲ ਵਰਤ ਰੱਖਦੇ ਹਨ। ਉਹ ਇਹ ਹੈ ਕਿ ਜਿਉਂ ਹੀ ਕੋਈ ਗੌਰ ਕਰਦਾ ਹੈ ਕਿ ਉਹ ਵਰਤ ਰੱਖ ਰਹੇ ਹਨ, ਉਹੀ ਉਹ ਕਾਰਨ ਹੈ ਜਿਸ ਕਰਕੇ ਉਹ ਵਰਤ ਰੱਖ ਰਹੇ ਹਨ। ਇਸ ਤਰ੍ਹਾਂ ਉਹਨਾਂ ਉੱਤੇ ਗੌਰ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਭੁਗਤਾਨ ਕੀਤਾ ਜਾਵੇਗਾ ਅਤੇ ਉਹਨਾਂ ਦਾ ਭੁਗਤਾਨ ਦਾ ਦਿਨ ਖਤਮ ਹੋ ਗਿਆ। ਮੈਂ ਵਰਤ ਰੱਖਣ ਬਾਰੇ ਕੁਝ ਜ਼ਿਆਦਾ ਹੁਨਰਮੰਦ ਨਹੀਂ ਹਾਂ, ਪਰ ਮੈਂ ਵਰਤ ਰੱਖ ਚੁੱਕਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਇਹ ਕੀ ਹੁੰਦਾ ਹੈ। ਕੀ ਆਪ ਨੂੰ ਕੁਝ ਖਿਆਲ ਹੈ ਕਿ ਕਿੰਨਾ ਆਪਨੇ ਖਾਣੇ ਦੇ ਦੁਆਲੇ ਪੂਰੀ ਤਰ੍ਹਾਂ
ਭਰਮਾਏ ਜਾਂਦੇ ਹੋ। ਆਪ ਵਿੱਚੋਂ ਕੁਝ ਕੁ ਠੀਕ ਉਸੇ ਵਕਤ ਭੁੱਖ ਮਹਿਸੂਸ ਕਰ ਰਹੇ ਹੋ ਜਦੋਂ ਕਿ ਮੈਂ ਇਸ ਬਾਰੇ ਗੱਲ ਕਰ ਰਿਹਾ ਹਾਂ, ਅਤੇ ਬੜੀ ਮੁਸ਼ਕਲ ਦੇ ਨਾਲ ਕਿਧਰੇ ਵੀ ਨਹੀਂ ਜਾ ਸਕਦਾ, ਅਤੇ ਪਰਮੇਸ਼ਰ ਅਤੇ ਖਾਣੇ ਤੋਂ ਬਗੈਰ ਕੁਝ ਨਹੀਂ ਕਰ ਸਕਦਾ। ਇਹ ਤਾਂ ਇੱਕ ਇਹੋ ਜਿਹਾ ਮੁੱਖ ਜੀਵਨ ਦਾ ਤਰਜੀਹ ਹੈ ਕਿ ਆਪ ਭੋਜਨ ਤੋਂ ਬਗੈਰ ਰਹੋ। ਜਦੋਂ ਆਪ ਸੱਚਮੁੱਚ ਪਰਮੇਸ਼ਰ ਤੋਂ ਸੁਣਨ ਦੀ ਖੁਆਇਸ਼ ਰੱਖੋ, ਤਦ ਉਸ ਸਮੇਂ ਭੋਜਨ ਨੂੰ ਦੂਰ ਰੱਖਣਾ ਅੱਛਾ ਹੁੰਦਾ ਹੈ, ਅਤੇ ਪਰਮੇਸ਼ਰ ਨੂੰ ਆਖਣਾ ਕਿ ਉਹ ਆਪ ਦੇ ਦਿਲ ਦੀ ਗਹਿਰਾਈ ਵਿੱਚ ਆਪ ਦੇ ਨਾਲ ਗੱਲ ਕਰੇ। ਭੋਜਨ ਉੱਤੇ ਨਿਰਭਰ ਹੋਣ ਤੋਂ ਦੂਰ ਹੋ ਜਾਓ, ਇਹ ਇਸ ਦਾ ਇੱਕ ਉਚਿਤ ਕਾਰਨ ਹੁੰਦਾ ਹੈ। ਹੋ ਸਕਦਾ ਹੈ ਕਿ ਸਾਨੂੰ ਆਪਣੀ ਕਲੀਸਿਆ ਦੇ ਲਈ ਇੱਕ ਪੂਰੇ ਦਿਨ ਦਾ ਵਰਤ ਰੱਖਣਾ ਚਾਹੀਦਾ ਹੈ, ਜਦੋਂ ਕਿ ਅਸੀਂ ਬਸ ਇਕੱਠੇ ਹੁੰਦੇ ਹਾਂ, ਅਤੇ ਇਸ ਦਿਨ ਆਪਣੇ ਆਪ ਨੂੰ ਸਮਰਪਿਤ ਕਰਦੇ ਹਾਂ, ਜਦੋਂ ਕਿ ਅਸੀਂ ਪਰਮੇਸ਼ਰ ਦੇ ਚਿਹਰੇ ਨੂੰ ਤੱਕਣ ਜਾ ਰਹੇ ਹਾਂ, ਅਤੇ ਇਸ ਕਰਕੇ ਅਸੀਂ ਨਹੀਂ ਖਾਣ ਜਾ ਰਹੇ। ਪਰ ਜੇਕਰ ਅਸੀਂ ਇਹ ਕਰਦੇ ਹਾਂ, ਤਦ ਇਸ ਦੇ ਬਾਰੇ ਕਿਸੇ ਵੀ ਅਖਬਾਰ ਵਿੱਚ ਕੋਈ ਖਬਰ ਨਾ ਦਿਓ। ਆਓ ਅਸੀਂ ਇਸ ਨੂੰ ਆਪਣੇ ਰੇਡੀਓ ਪ੍ਰੋਗਰਾਮ ਉੱਤੇ ਨਾ ਦਸੀਏ। ਆਓ ਅਸੀਂ ਬਸ ਇਸ ਨੂੰ ਪਰਮੇਸ਼ਰ ਦੇ ਅਧੀਨ ਕਰੀਏ। ਸਿੱਟਾ: ਵਿਅਕਤੀਗਤ ਆਸਣ ਦੀ ਰੂਹਾਨੀ ਸਮੱਸਿਆ। ਹੁਣ ਇਹ ਸਭ ਕੀ ਹੈ ਜਿਸ ਨੂੰ ਅਸੀਂ ਆਪਣੀ ਭਾਸ਼ਾ ਵਿੱਚ ਆਸਣ ਕਰਕੇ ਆਖਦੇ ਹਾਂ? ਅਸੀਂ ਕਲੀਸਿਆ ਵਿੱਚ ਇਸ ਦੇ ਲਈ ਅੱਛੇ, ਇਹ ਤਾਂ ਇੱਕ ਕਿਸਮ ਦੀ ਇੰਡੋਰ ਸਪੋਰਟਸ ਦੀ ਤਰ੍ਹਾਂ ਹੈ। ਇਹ ਕੁਝ ਇਹੋ ਜਿਹਾ ਹੈ ਜਿਸ ਨੂੰ ਸਾਨੂੰ ਓਲੰਪਿਕ ਰੱਖਣਾ ਚਾਹੀਦਾ ਹੈ। ਮਸੀਹ ਆਸਣ, ਮੈਂ ਆਪ ਨੂੰ ਦੱਸਣ ਦੀ ਖੁਆਇਸ਼ ਰੱਖਦਾ ਹਾਂ ਕਿ ਇਹ ਕਿਉਂ ਇਸ ਤਰ੍ਹਾਂ ਦਾ ਭੈੜਾ ਅਭਿਆਸ ਹੈ। ਅਸੀਂ ਸਾਰੇ ਇਸ ਦੇ ਦੋਸ਼ੀ ਹਾਂ। ਸਾਨੂੰ ਸਾਰਿਆਂ ਨੂੰ ਇਸ ਦੇ ਪ੍ਰਤੀ ਭਾਵੁਕ ਹੋਣ ਦੀ ਲੋੜ ਹੈ, ਅਤੇ ਪਰਮੇਸ਼ਰ ਨੂੰ ਇਹ ਆਖਣ ਦੀ ਕਿ ਉਹ ਸਾਨੂੰ ਵਿਖਾਵੇ ਕਿ ਅਸੀਂ ਕੀ ਕਰ ਰਹੇ ਹਾਂ। 4 ਕਾਰਨ ਹਨ ਜੋ ਮੈਂ ਚਾਹੁੰਦਾ ਹਾਂ ਕਿ ਆਪ ਮੇਰੇ ਤੋਂ ਸੁਣੋ ਕਿ ਆਸਣ ਕਿਉਂ ਭੈੜਾ ਹੈ। ਭਾਗ ਊੜਾ: ਆਸਣ ਉਸ ਦੇ ਲਈ ਇੱਕ ਢੱਕਣ ਉਪਲਬਧ ਕਰਾਉਂਦਾ ਹੈ ਜੋ ਕਿ ਸੱਚਮੁੱਚ ਸਾਡੇ ਜੀਵਨ ਵਿੱਚ ਗਲਤ ਹੈ। ਮੈਂ ਇੱਕ ਵੈਦ ਦੇ ਬਾਰੇ ਸੁਣਿਆ ਸੀ ਜਿਸ ਨੂੰ ਇੱਕ ਤੇਜ਼ ਬੋਲਣ ਦੀ ਆਦਤ ਸੀ। ਇਹ ਖਾਸ ਵੈਦ ਸੀ। ਇੱਕ ਕੈਥੋਸਕੋਪ ਆਪਣੇ ਹੱਥ ਵਿੱਚ ਰੱਖ ਕੇ ਟਿਕਟਾਂ ਲੈਣ ਤੋਂ ਪਰਹੇਜ਼ ਕਰਦਾ ਸੀ ਜਦੋਂ ਕਿ ਉਹ ਆਪਣੀ ਕਾਰ ਦੀ ਅਗਲੀ ਸੀਟ ਉੱਤੇ ਬੈਠਾ ਹੋਵੇ। ਜੇਕਰ ਪੁਲਿਸ ਉਸ ਨੂੰ ਬਾਹਰ ਖਿੱਚਣ ਦੀ ਕੋਸ਼ਿਸ਼ ਕਰੇ, ਤਦ ਉਹ ਆਪਣਾ ਕੈਥੋਸਕੋਪ ਕੱਢ ਕੇ ਅਤੇ ਇਸ ਨੂੰ ਉੱਪਰ ਚੁੱਕ ਕੇ ਡਾਕਟਰ ਦੇ ਵੇਖਣ ਦੇ ਲਈ ਉਸ ਨੂੰ ਵਿਖਾਵੇਗਾ, ਅਤੇ ਫਿਰ ਉਹ ਅੱਗੇ ਵਧਦਾ ਜਾਵੇਗਾ, ਭਾਵੇਂ ਹੋਰ ਕਿਧਰੇ ਵੀ ਨਹੀਂ ਜਾ ਰਿਹਾ ਹੁੰਦਾ, ਸਿਵਾਏ ਇਸ ਦੇ ਜਿੱਥੇ ਕਿ ਉਸ ਨੂੰ ਜਾਣ ਦੀ ਖੁਆਇਸ਼ ਹੋਵੇ। ਹੋ ਸਕਦਾ ਹੈ ਕਿ ਕਿਤੇ ਦੁਪਹਿਰ ਦੇ ਭੋਜਨ ਲਈ ਬਾਹਰ ਜਾ ਰਿਹਾ ਹੋਵੇ। ਉਹ ਇਸ ਤਰ੍ਹਾਂ ਦਿਖਾਵਾ ਕਰਦਾ ਸੀ, ਕਿਸੇ ਆਕਾਰ ਬੁਲਾਵੇ ਨੂੰ ਅਟੈਂਡ ਕਰਨ ਲਈ ਜਾ ਰਿਹਾ ਸੀ, ਅਤੇ ਇਹ ਉਸ ਦੇ ਲਈ ਸਾਲਾਂ ਬੱਧੀ ਕਾਰਜਸ਼ੀਲ ਹੁੰਦਾ ਗਿਆ। ਜਦੋਂ ਕਿ ਇੱਕ ਦਿਨ ਇੱਕ ਅਫਸਰ ਨੇ ਉਸ ਨੂੰ ਬਾਹਰ ਆਉਣ ਲਈ ਬੇਨਤੀ ਕੀਤੀ, ਉਹ ਆਪਣਾ ਕੈਥੋਸਕੋਪ ਉਸ ਨੂੰ ਉੱਚਾ ਚੁੱਕ ਕੇ ਦਿਖਾਉਂਦਾ ਸੀ। ਆਖਰਕਾਰ ਉਸ ਅਫਸਰ ਨੇ ਆਪਣੀ ਬੰਦੂਕ ਉੱਚੀ ਚੁੱਕੀ ਅਤੇ ਉਹ ਡਾਕਟਰ ਬਾਹਰ ਨਿਕਲ ਆਇਆ। ਆਪ ਆਖਦੇ ਹੋ, ਇੱਕ ਡਾਕਟਰ ਦੇ ਲਈ ਇਸ ਅਹੁਦੇ ਦਾ ਇਸਤੇਮਾਲ ਕਰਨਾ ਬਹੁਤ ਭਿਆਨਕ ਚੀਜ਼ ਹੈ, ਅਤੇ ਲੋਕਾਂ ਨਾਲ ਧੋਖਾ ਕਰਨਾ। ਉਹ ਤਾਂ ਇਸ ਤਰ੍ਹਾਂ ਦਿਖਾਵਾ ਕਰ ਰਿਹਾ ਹੈ। ਮਸੀਹ ਹੁੰਦੇ ਹੋਇਆਂ ਅਸੀਂ ਵੀ ਧਾਰਮਿਕ ਅਭਿਆਸ ਦਾ ਇਸਤੇਮਾਲ ਇਹ ਸਿੱਧ ਕਰਨ ਦੇ ਲਈ ਪ੍ਰਗਟਾਵੇ ਜਾਂਦੇ ਹਾਂ ਕਿ ਅਸੀਂ ਆਪਣੇ ਆਪ ਵਿੱਚ ਭਲੇ ਮੈਂਬਰ ਹਾਂ ਜਾਂ ਕੁਝ ਹੁੰਦਾ ਹੈ। ਉਹ ਇਹ ਹੈ ਕਿ ਅਸੀਂ ਇਹ ਸਭ ਬਾਹਰੀ ਕਾਰਜ ਕਰਦੇ ਹਾਂ। ਅਸੀਂ ਇਸ ਤਰ੍ਹਾਂ ਪ੍ਰਾਰਥਨਾ ਕਰਦੇ ਹਾਂ, ਅਤੇ ਅਸੀਂ ਇਸ ਤਰ੍ਹਾਂ ਇਸ ਦੇ ਵਿੱਚ ਪੈਂਦੇ ਹਾਂ। ਅਸੀਂ ਕਦੇ-ਕਦੇ ਇਸ ਤਰ੍ਹਾਂ ਵਰਤ ਰੱਖਦੇ ਹਾਂ ਤਾਂ ਕਿ ਲੋਕ ਸਾਡੇ ਬਾਰੇ ਆਖਣ ਕਿ ਫਲਾਨਾ ਇੱਕ ਮੈਂਬਰ, ਸ਼ਾਇਦ ਉਹ ਸ਼ੈਡੋਟਾਊਨ ਕਮਿਊਨਿਟੀ ਚਰਚ ਦਾ, ਜਦੋਂ ਕਿ ਅਸੀਂ ਅਸਲ ਵਿੱਚ ਆਪਣੇ ਦਿਲ ਦੇ ਵਿੱਚ ਇਹ ਜਾਣ ਸਕਦੇ ਹਾਂ ਕਿ ਅਸੀਂ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਨਿਪਟ ਰਹੇ ਹਾਂ ਜੋ ਕਿ ਅਸਲ ਵਿੱਚ ਪਰਮੇਸ਼ਰ ਦੇ ਸਾਹਮਣੇ ਗਲੀਆਂ ਸੜੀਆਂ ਹਨ। ਬਾਹਰੀ ਤੌਰ ਤੇ ਅਸੀਂ ਉਸੇ ਤਰ੍ਹਾਂ ਦੇ ਹਾਂ ਜਿਸ ਤਰ੍ਹਾਂ ਯਿਸੂ ਜੀ ਨੇ ਫਰੀਸੀਆਂ ਨੂੰ ਆਖਿਆ ਸੀ, ਤੁਸੀਂ ਚੂਨਾ ਫਿਰੀਆਂ ਹੋਈਆਂ ਕਬਰਾਂ ਦੀ ਤਰ੍ਹਾਂ ਹੋ। ਅਸੀਂ ਬਾਹਰੋਂ ਭਲੇ ਨਜ਼ਰ ਆਉਂਦੇ ਹਾਂ, ਪਰ ਅੰਦਰੋਂ ਕੁਝ ਨਾ ਕੁਝ ਸਾਡੇ ਵਿੱਚ ਜ਼ਰੂਰ ਗਲਤ ਹੁੰਦਾ ਹੈ। ਆਮੋਸ ਨਬੀ ਦੀ ਪੁਸਤਕ ਵਿੱਚ ਅਸੀਂ ਪ੍ਰਭੂ ਦੇ ਇਹਨਾਂ ਵਚਨਾਂ ਨੂੰ ਪੜ੍ਹਦੇ ਹਾਂ। ਆਮੋਸ 5:21 ਤੇ 24 ਵਚਨ ਇਸ ਤਰ੍ਹਾਂ ਦੱਸਦੇ ਹਨ, ਮੈਂ ਤੁਹਾਡੇ ਪਰਬਾਂ ਨਾਲ ਵੈਰ ਰੱਖਦਾ ਹਾਂ, ਘਿਣ ਕਰਦਾ ਹਾਂ, ਅਤੇ ਤੁਹਾਡੇ ਜੋੜ ਮੇਲਿਆਂ ਨੂੰ ਪਸੰਦ ਨਹੀਂ ਕਰਦਾ। ਭਾਵੇਂ ਤੁਸੀਂ ਮੈਨੂੰ ਹੋਮ ਬਲੀਆਂ ਅਤੇ ਮੈਦੇ ਦੀਆਂ ਬਲੀਆਂ ਭੇਂਟ ਚੜਾਓ, ਮੈਂ ਉਹਨਾਂ ਨੂੰ ਕਬੂਲ ਨਾ ਕਰਾਂਗਾ, ਅਤੇ ਤੁਹਾਡੇ ਪਲੇ ਹੋਏ ਪਸ਼ੂਆਂ ਦੀਆਂ ਸੁਖਸਾਦ ਦੀਆਂ ਬਲੀਆਂ ਉੱਤੇ ਮੈਂ ਚਿੱਤ ਨਾ ਲਾਵਾਂਗਾ। ਤੂੰ ਆਪਣੇ ਗੀਤਾਂ ਦਾ ਰੌਲਾ ਮੇਰੇ ਤੋਂ ਦੂਰ ਕਰ, ਨਾਲੇ ਮੈਂ ਤੇਰੀ ਰਬਾਬਾਂ ਦੀ ਸੁਰ ਨਾ ਸੁਣਾਂਗਾ। ਪਰ ਇਨਸਾਫ ਪਾਣੀਆਂ ਵਾਂਗੂ ਵਗੇ ਅਤੇ ਧਰਮ ਬਾਗਮਾਸੀ ਨਦੀ ਵਾਂਗੂ।
ਇਹ ਨਬੀ ਪਰਮੇਸ਼ਰ ਵੱਲੋਂ ਕੀ ਆਖ ਰਿਹਾ ਸੀ? ਉਹ ਆਖ ਰਿਹਾ ਸੀ, ਜੋ ਕੁਝ ਵੀ ਤੁਸੀਂ ਬਾਹਰੀ ਤੌਰ ਤੇ ਕਰਦੇ ਹੋ, ਮੈਨੂੰ ਉਸ ਦੀ ਕੋਈ ਪਰਵਾਹ ਨਹੀਂ। ਤੁਸੀਂ ਮਹਾਨ ਭਜਨ ਗਾਉਂਦੇ ਹੋ ਅਤੇ ਵੱਡੇ-ਵੱਡੇ ਭਾਸ਼ਣ ਦਿੰਦੇ ਹੋ। ਤੁਸੀਂ ਵੱਡੀਆਂ-ਵੱਡੀਆਂ ਭੇਟਾਂ ਲਿਆਉਂਦੇ ਹੋ, ਪਰ ਤੁਸੀਂ ਪਰਮੇਸ਼ਰ ਦੇ ਨਿਆਂ ਦੀ ਉਲੰਘਣਾ ਕਰਦੇ ਹੋ ਅਤੇ ਮੈਨੂੰ ਤੁਹਾਡੇ ਸਾਰੇ ਵਿਖਾਵੇ ਤੋਂ ਘਿਣ ਆਉਂਦੀ ਹੈ। ਜਦੋਂ ਤੁਸੀਂ ਇਹ ਡਰਾਮਾ ਕਰਦੇ ਹੋ, ਜਦੋਂ ਤੁਸੀਂ ਦਿਖਾਵਾ ਕਰਦੇ ਹੋ, ਤਦ ਆਪ ਕਦੇ ਵੀ ਇਸ ਗੱਲ ਦੀ ਤਹਿ ਤੱਕ ਅਸਲ ਵਿੱਚ ਨਹੀਂ ਪਹੁੰਚਦੇ ਕਿ ਤੁਸੀਂ ਆਪਣੇ ਜੀਵਨ ਵਿੱਚ ਕੌਣ ਹੋ। ਤੁਸੀਂ ਆਪਣੇ ਖੁਦ ਦੇ ਜੀਵਨ ਦੇ ਵਿੱਚ ਨਿਪਟਣ ਤੋਂ ਆਪਣੇ ਆਪ ਨੂੰ ਪਰੇ ਕਰਦੇ ਰਹਿੰਦੇ ਹੋ। ਇਸ ਲਈ ਤੁਸੀਂ ਕਦੇ ਵੀ ਇਸ ਵਿੱਚ ਵੱਧ ਨਹੀਂ ਸਕਦੇ। ਲੋਕਾਂ ਦੇ ਅੱਗੇ ਦਿਖਾਵਾ ਕਰਨ ਵਾਲੇ ਲੋਕ ਪ੍ਰਫਿਕਤਾ ਦੇ ਵਿੱਚ ਕਦੇ ਵੀ ਵੱਧਦੇ ਨਹੀਂ, ਕਿਉਂਕਿ ਉਹ ਡਰਾਮੇਬਾਜ਼ੀਆਂ ਕਰਦੇ ਹਨ ਅਤੇ ਜਲਦੀ ਹੀ ਇਸ ਦਾ ਸਭ ਤੋਂ ਬੁਰਾ ਭਾਗ ਇਹ ਹੁੰਦਾ ਹੈ ਕਿ ਆਪ ਆਪਣੀਆਂ ਖੁਦ ਦੀਆਂ ਝੂਠੀਆਂ ਗੱਲਾਂ ਉੱਤੇ ਵਿਸ਼ਵਾਸ ਕਰਨਾ ਆਰੰਭ ਕਰ ਦਿੰਦੇ ਹੋ। ਇਸ ਤੋਂ ਪਹਿਲਾਂ ਕਿ ਅਸੀਂ ਇਸ ਨੂੰ ਜਾਣੀਏ, ਜੋ ਕੁਝ ਦੂਸਰੇ ਲੋਕ ਸਾਡੇ ਬਾਰੇ ਸੋਚਦੇ ਹਨ, ਉਹ ਉਸ ਨਾਲੋਂ ਵੱਧ ਮਹੱਤਵਪੂਰਨ ਹੁੰਦਾ ਹੈ ਜੋ ਕਿ ਪਰਮੇਸ਼ਰ ਸਾਡੇ ਬਾਰੇ ਸੋਚਦਾ ਹੈ। ਭਾਗ ਐੜਾ ਦਿਖਾਵਾ ਮਨੁੱਖਾਂ ਦੀ ਸ਼ਲਾਘਾ ਦੇ ਲਈ ਤੀਬਰ ਇੱਛਾ ਵਿੱਚ ਵਾਧਾ ਕਰਦਾ ਹੈ। ਇੱਕ ਵਾਰ ਫਿਰ ਆਪ ਉਸ ਮਨੁੱਖ ਦੇ ਦੁਆਰਾ ਤਨਖਾਹ ਪਾਉਂਦੇ ਹੋ ਜਿਸ ਦੇ ਲਈ ਆਪ ਕੰਮ ਕਰ ਸਕਦੇ ਹੋ। ਧਰਮ ਦੇ ਕੰਮ ਕਰਨਾ ਜੋ ਕਿ ਦੂਸਰਿਆਂ ਵੱਲੋਂ ਆਪਣੇ ਲਈ ਧੰਨਵਾਦ ਨੂੰ ਪਾਉਣ ਦਾ ਤਰੀਕਾ ਹੋਵੇ ਅਤੇ ਉਹਨਾਂ ਦੀ ਪ੍ਰਸ਼ੰਸਾ ਨੂੰ ਜਿੱਤਣ ਦਾ ਅਤੇ ਸਾਡੇ ਧਾਰਮਿਕ ਘਮੰਡ ਨੂੰ ਵਧਾਉਣ ਦਾ, ਇਹ ਸਾਡੇ ਉਦੇਸ਼ ਦੇ ਅਨੁਸ਼ਾਸਨ ਤੋਂ ਸਾਨੂੰ ਵਾਂਝਿਆ ਰੱਖਦਾ ਹੈ। ਇਸ ਤੋਂ ਪਹਿਲਾਂ ਕਿ ਅਸੀਂ ਇਸ ਨੂੰ ਜਾਣੀਏ ਕਿ ਦੂਸਰੇ ਲੋਕ ਸਾਡੇ ਬਾਰੇ ਕੀ ਸੋਚਦੇ ਹਨ, ਇਹ ਉਸ ਨਾਲੋਂ ਵੱਧ ਮਹੱਤਵਪੂਰਨ ਹੁੰਦਾ ਹੈ ਜੋ ਕਿ ਪਰਮੇਸ਼ਰ ਸਾਡੇ ਬਾਰੇ ਸੋਚਦਾ ਹੈ। ਅਤੇ ਜਲਦੀ ਹੀ ਸਕਾਰਾਤਮਕ ਸੋਚ ਇੱਕ ਪਾਲਣ ਪੋਸ਼ਣ ਕਰ ਰਹੇ ਸਰਲ ਅਤੇ ਇਮਾਨਦਾਰ ਪਰਮੇਸ਼ਰ ਦੇ ਨਾਲ ਸਬੰਧ ਦੇ ਉੱਤੇ ਆਪਣੇ ਆਪ ਨੂੰ ਬਹੁਤਾਤ ਦੇ ਨਾਲ ਢੱਕ ਲੈਂਦਾ ਹੈ। ਜੇਕਰ ਆਪ ਸੱਚਮੁੱਚ ਪਰਮੇਸ਼ਰ ਦੇ ਨਾਲ ਪਾਲਿਆ ਪੋਸ਼ਿਆ ਇਮਾਨਦਾਰ ਅਤੇ ਅਨਿਸ਼ਚਿਤ ਸੰਬੰਧ ਰੱਖਦੇ ਹੋ, ਤਦ ਆਪ ਇੱਕ ਸੰਦੇਸ਼ ਪ੍ਰਚਾਰ ਕਰ ਸਕਦੇ ਹੋ। ਹੋ ਸਕਦਾ ਹੈ ਆਪ ਆਪਣੇ ਦਿਲ ਵਿੱਚ ਇਹ ਸੋਚਦੇ ਹੋਵੋ ਕਿ ਇਹ ਸਭ ਤੋਂ ਉੱਤਮ ਹੈ ਜੋ ਆਪਨੇ ਕਦੇ ਵੀ ਦਿੱਤਾ ਹੋਵੇ, ਅਤੇ ਜੇਕਰ ਕੋਈ ਵੀ ਇਸ ਤਰ੍ਹਾਂ ਨਾ ਆਖੇ ਕਿ ਦੇਖੋ ਇਹ ਤਾਂ ਇੱਕ ਮਹਾਨ ਸੰਦੇਸ਼ ਸੀ, ਆਪ ਅਜੇ ਵੀ ਠੀਕ ਠਾਕ ਹੀ ਹੁੰਦੇ ਹੋ, ਕਿਉਂਕਿ ਇਹ ਸਭ ਕੁਝ ਆਪਨੇ ਉਹਨਾਂ ਦੇ ਲਈ ਨਹੀਂ ਸੀ ਕੀਤਾ। ਆਪਨੇ ਤਾਂ ਇਹ ਪਰਮੇਸ਼ਰ ਦੇ ਲਈ ਕੀਤਾ ਸੀ। ਆਪ ਇਸ ਮੰਚ ਤੇ ਇੱਕ ਭਜਨ ਗਾ ਸਕਦੇ ਹੋ ਅਤੇ ਆਪ ਸੋਚ ਸਕਦੇ ਹੋ ਕਿ ਇਹ ਇੱਕ ਸਰਬ ਉੱਤਮ ਪ੍ਰਦਰਸ਼ਨ ਸੀ ਜੋ ਕਦੇ ਵੀ ਆਪਨੇ ਕੀਤਾ ਹੋਵੇ। ਅਤੇ ਜੇਕਰ ਲੋਕ ਬਾਅਦ ਵਿੱਚ ਆਪਦੇ ਕੋਲ ਭੱਜੇ ਆ ਕੇ ਇਹ ਨਹੀਂ ਆਖਦੇ ਕਿ ਇਹ ਤਾਂ ਬਹੁਤ ਹੀ ਅਦਭੁਤ ਸੀ, ਤਦ ਆਪ ਸਿਰ ਨਿਭਾ ਕੇ ਆਪਣੇ ਘਰ ਨੂੰ ਨਾ ਜਾਓ, ਕਿਉਂਕਿ ਆਪਨੇ ਇਹ ਸਭ ਕੁਝ ਉਹਨਾਂ ਲੋਕਾਂ ਦੇ ਲਈ ਨਹੀਂ ਸੀ ਕੀਤਾ। ਆਪਨੇ ਤਾਂ ਇਹ ਪਰਮੇਸ਼ਰ ਦੇ ਲਈ ਕੀਤਾ ਸੀ। ਬਾਈਬਲ ਆਖਦੀ ਹੈ ਕਿ ਕਿਸੇ ਦੇ ਨਾਲ ਵਡਿਆਈ ਕਰਨ ਤੋਂ ਨਾ ਹਟੋ, ਕਿਸੇ ਦੇ ਨਾਲ ਭਲਾਈ ਕਰਨ ਤੋਂ ਨਾ ਰੁਕੋ, ਜਿੱਥੋਂ ਤੱਕ ਕਿ ਉਹਨਾਂ ਦੇ ਨਾਲ ਇਸ ਤਰ੍ਹਾਂ ਕਰਨਾ ਤੁਹਾਡੇ ਵੱਸ ਵਿੱਚ ਹੋਵੇ। ਪਰ ਇਹ ਵੀ ਆਖਦੀ ਹੈ ਕਿ ਦੂਸਰੇ ਤੁਹਾਡੀ ਪ੍ਰਸ਼ੰਸਾ ਕਰਨ, ਨਾ ਕਿ ਤੁਸੀਂ ਖੁਦ ਆਪਣੀ। ਇਹ ਸਮੁੱਚਾ ਮਸਲਾ ਇਹ ਨਹੀਂ ਹੈ ਕਿ ਜੋ ਪ੍ਰਸ਼ੰਸਾ ਹੈ ਜਾਂ ਵਡਿਆਈ ਹੈ ਉਹ ਅੱਛੀ ਜਾਂ ਬੁਰੀ ਹੈ। ਮਸਲਾ ਤਾਂ ਇਹ ਹੈ ਕਿ ਸਾਡੇ ਕੰਮਾਂ ਵਿੱਚ ਸਾਡਾ ਉਦੇਸ਼ ਕੀ ਹੈ। ਕੀ ਅਸੀਂ ਭਲਾਈ ਕਰ ਰਹੇ ਹਾਂ ਅਤੇ ਪਰਮੇਸ਼ਰ ਦੇ ਸਨਮੁਖ ਉਸ ਨੂੰ ਖੁਸ਼ ਕਰਨ ਦੇ ਲਈ ਧਰਮ ਦੇ ਕੰਮ ਕਰਦੇ ਹਾਂ? ਕਿ ਆਪ ਮਨੁੱਖਾਂ ਦੀ ਪ੍ਰਸ਼ੰਸਾ ਦੀ ਖੁਆਇਸ਼ ਰੱਖਦੇ ਹੋ ਜਾਂ ਫਿਰ ਆਪ ਸਵਰਗ ਦੀ ਪ੍ਰਸ਼ੰਸਾ ਚਾਹੁੰਦੇ ਹੋ? ਆਪ ਦੋ ਹੀ ਨਹੀਂ ਪ੍ਰਾਪਤ ਕਰ ਸਕਦੇ। ਜੇਕਰ ਆਪ ਦਾ ਇਹ ਉਦੇਸ਼ ਹੋਵੇ, ਆਪ ਇਹਨਾਂ ਦੋਹਾਂ ਨੂੰ ਹੀ ਨਹੀਂ ਪਾ ਸਕਦੇ। ਭਾਗ ਈੜੀ ਦਿਖਾਵਾ ਯਿਸੂ ਮਸੀਹ ਦੇ ਨਾਲ ਨਜ਼ਦੀਕੀ ਸੰਬੰਧ ਨੂੰ ਰੋਕਦਾ ਹੈ। ਜੋ ਧਰਮ ਹੈ ਉਹ ਸਾਡੇ ਉੱਤੇ ਇਹੋ ਜਿਹੀਆਂ ਆਸਾਂ ਨੂੰ ਲਾਗੂ ਕਰਨ ਦਾ ਇਰਾਦਾ ਰੱਖਦਾ ਹੈ ਜੋ ਕਿ ਪਰਮੇਸ਼ਰ ਦੇ ਨਾਲ ਇੱਕ ਨਿੱਜੀ ਸੰਚਾਰ ਨੂੰ ਉਸਾਰਨ ਨਾਲੋਂ ਇਸ ਨੂੰ ਤਬਾਹ ਕਰਨ ਦਾ ਇਰਾਦਾ ਰੱਖਦਾ ਹੈ। ਸਾਡੇ ਵਿੱਚ ਧਰਮ ਦੇ ਨਾਲ ਇੱਕ ਦਿਖਾਵਾ ਕਰਨ ਦਾ ਝੁਕਾਅ ਪਾਇਆ ਜਾਂਦਾ ਹੈ। ਜਦੋਂ ਸਾਡੀ ਨੇਚਾ ਅਤੇ ਅਭਿਆਸ ਦੀ ਅਸਲੀਅਤ ਖੋ ਜਾਵੇ, ਹੋ ਸਕਦਾ ਹੈ ਕਿ ਅਸੀਂ ਇਸ ਦਾ ਸ਼ੁਰੂ ਵਿੱਚ ਅਨੁਭਵ ਨਹੀਂ ਕੀਤਾ ਹੋਵੇ। ਅਸੀਂ ਇਸ ਖੇਡ ਨੂੰ ਖੇਡਣ ਜਾਰੀ ਰੱਖਦੇ ਹਾਂ। ਜਿੰਨਾ ਜ਼ਿਆਦਾ ਅਸੀਂ ਇਹ ਖੇਡ ਖੇਡਦੇ ਹਾਂ, ਉਨਾ ਹੀ ਘੱਟ ਅਸੀਂ ਯਿਸੂ ਮਸੀਹ ਨਾਲ ਇੱਕ ਅਸਲ ਸ਼ਕਤੀਸ਼ਾਲੀ ਸੰਬੰਧ ਵਿਕਸਿਤ ਕਰਨ ਜਾ ਰਹੇ ਹੁੰਦੇ ਹਾਂ। ਕੀ ਆਪ ਜਾਣਦੇ ਹੋ ਕਿ ਮਸੀਹ ਦੇ ਨਾਮ ਵਿੱਚ ਬਿਨਾਂ ਮਸੀਹ ਨੂੰ ਕਦੇ ਵੀ ਜਾਣਿਆ ਆਪ ਬਹੁਤ ਸਾਰੇ ਕੰਮ ਕਰ ਸਕਦੇ ਹੋ। ਆਤਮਿਕਤਾ ਅੰਦਰੋਂ ਬਾਹਰ ਵੱਲ ਆਰੰਭ ਹੁੰਦੀ ਹੈ ਅਤੇ ਆਪਣੇ ਆਪ ਲਈ ਸਾਡੇ ਸਵਰਗੀ ਪਿਤਾ ਦੇ ਨਾਲ ਸਾਡੇ ਸੰਬੰਧ ਦੇ ਮਹੱਤਵ ਨੂੰ ਪ੍ਰਗਟ ਕਰਨ ਦਾ ਮਹੱਤਵਪੂਰਨ ਪ੍ਰਭਾਵ ਇਸ ਨੂੰ ਜਾਣਨ ਦੇ ਲਈ ਆਉਂਦਾ ਹੈ ਕਿ ਕਦੇ-ਕਦੇ ਅਸੀਂ ਉਸ ਸਭ ਨੂੰ ਨਹੀਂ ਹੁੰਦੇ ਜੋ ਸਾਨੂੰ ਹੋਣਾ ਚਾਹੀਦਾ ਹੈ, ਪਰ ਅਸੀਂ ਉਸ ਉੱਤੇ ਨਿਰਭਰ ਹਾਂ ਅਤੇ ਅਸੀਂ ਅੰਦਰੋਂ ਬਾਹਰ ਵੱਲ ਉਸ ਵਿੱਚ ਵੱਧਦੇ ਹਾਂ।
ਅਸੀਂ ਅੰਦਰੋਂ ਬਾਹਰ ਵੱਲ ਸੱਚੇ ਲੋਕ ਹੁੰਦੇ ਹਾਂ। ਇੱਕ ਰਾਜ ਜੋ ਕਲੀਸਿਆ ਨੂੰ ਹੋਣਾ ਚਾਹੀਦਾ ਹੈ ਅਤੇ ਕਦੇ-ਕਦੇ ਇਹ ਚੀਜ਼ ਨਹੀਂ ਹੁੰਦੀ, ਉਹ ਇੱਕ ਸਥਾਨ ਹੈ ਜਿੱਥੇ ਅਸੀਂ ਅਸਲ ਹੋ ਸਕਦੇ ਹਾਂ ਜੋ ਅਸੀਂ ਹਾਂ, ਅਤੇ ਸਾਨੂੰ ਦੂਸਰੇ ਲੋਕਾਂ ਦੇ ਸਾਹਮਣੇ ਦਿਖਾਵਾ ਨਹੀਂ ਕਰਨਾ ਪੈਂਦਾ। ਅਸੀਂ ਇੱਕ ਦੂਸਰੇ ਨੂੰ ਆਖ ਸਕਦੇ ਹਾਂ, ਮੈਂ ਇੱਥੇ ਅਜੇ ਨਹੀਂ ਹਾਂ, ਬਲਕਿ ਮੈਂ ਤਾਂ ਉਸ ਵੱਲ ਵੱਧ ਰਿਹਾ ਹਾਂ, ਮੈਂ ਉਸ ਦੇ ਵਿੱਚ ਅਜੇ ਹੁਨਰ ਪ੍ਰਾਪਤ ਨਹੀਂ ਕੀਤਾ, ਜਾਂ ਫਿਰ ਮੈਂ ਉਸ ਵਿੱਚ ਨਹੀਂ ਹਾਂ, ਜਾਂ ਫਿਰ ਮੈਂ ਅਜੇ ਉਨੀ ਦੂਰ ਤੱਕ ਨਹੀਂ ਪਹੁੰਚਿਆ, ਪਰ ਪਰਮੇਸ਼ਰ ਮੇਰਾ ਮਦਦਗਾਰ ਹੁੰਦਾ ਹੋਇਆ ਉਹ ਮੇਰਾ ਨਿਸ਼ਾਨਾ ਹੈ। ਇਹ ਤਾਂ ਕਰੀਬ-ਕਰੀਬ ਅੱਜ ਸਾਡੀਆਂ ਕਲੀਸਿਆ ਵਿੱਚ ਹੋਣ ਦੀ ਤਰ੍ਹਾਂ ਹੀ ਹੈ ਕਿ ਲੋਕਾਂ ਵਿੱਚ ਆਸਾਂ ਪਾਈਆਂ ਜਾਂਦੀਆਂ ਹਨ ਕਿ ਜੇਕਰ ਅਸੀਂ ਅਜੇ ਇੱਕ ਖਾਸ ਮਿਆਰ ਉੱਤੇ ਨਹੀਂ ਪਹੁੰਚੇ ਤਦ ਅਸੀਂ ਕਬੂਲ ਨਹੀਂ ਕੀਤੇ ਜਾ ਸਕਦੇ। ਪਰ ਇਸ ਤਰ੍ਹਾਂ ਅਸੀਂ ਕਦੇ-ਕਦੇ ਦਿਖਾਵਾ ਕਰਦੇ ਹਾਂ ਤਾਂ ਕਿ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਈਏ ਕਿ ਅਸੀਂ ਕੁਝ ਹਾਂ ਜੋ ਕਿ ਅਸੀਂ ਨਹੀਂ ਹਾਂ, ਅਤੇ ਇਸ ਵਿਧੀ ਦੇ ਵਿੱਚ ਅਸੀਂ ਕਦੇ ਵੀ ਉਸ ਸਥਾਨ ਤੇ ਨਹੀਂ ਪਹੁੰਚਦੇ ਜਿੱਥੇ ਸਾਨੂੰ ਹੋਣਾ ਚਾਹੀਦਾ ਹੈ। ਇਹ ਅਕਸਰ ਨਵੇਂ ਮਨ ਫਿਰਾਇਆਂ ਦੇ ਨਾਲ ਵਰਪਦਾ ਹੈ। ਇਹ ਇੱਕ ਉਦਾਸੀ ਭਰੀ ਗੱਲ ਹੈ। ਉਹ ਬਚਾਏ ਜਾਂਦੇ ਹਨ। ਉਹਨਾਂ ਵਿੱਚੋਂ ਕੁਝ ਕੁ ਇਹੋ ਜਿਹੇ ਜੀਵਨ ਤੋਂ ਉਸ ਤੋਂ ਕਿਸੇ ਵੀ ਚੀਜ਼ ਤੋਂ ਭਿੰਨ ਹੁੰਦਾ ਹੈ ਜਿਸ ਦੇ ਲਈ ਯਿਸੂ ਮਸੀਹ ਖੜੇ ਹਨ। ਬਾਈਬਲ ਆਖਦੀ ਹੈ, ਜੇਕਰ ਆਪ ਮਸੀਹ ਵਿੱਚ ਹੋ, ਆਪ ਇੱਕ ਨਵੀਂ ਸ੍ਰਿਸ਼ਟ ਹੋ, ਪੁਰਾਣੀਆਂ ਗੱਲਾਂ ਬੀਤ ਗਈਆਂ, ਸਭ ਕੁਝ ਨਵਾਂ ਹੋ ਗਿਆ। ਪਰ ਅਕਸਰ ਲੋਕ ਮਸੀਹ ਨੂੰ ਆਪਣੇ ਦਿਲ ਦਿੰਦੇ ਹਨ ਅਤੇ ਅਗਲੇ ਹਫ਼ਤੇ ਅਸੀਂ ਆਖਦੇ ਹਾਂ ਕਿ ਠੀਕ ਹੈ, ਹੁਣ ਆਪ ਇੱਕ ਮਸੀਹ ਹੋ, ਹੁਣ ਆਪ ਨੂੰ ਸ਼ਰਾਬ ਪੀਣਾ, ਸਿਗਰਟ ਪੀਣਾ ਅਤੇ ਨਾਚ ਗਾਣਾ ਕਰਨ ਤੋਂ ਰੁਕਣਾ ਪੈਣਾ ਹੈ, ਅਤੇ ਹੋਰ ਸਭ ਕੁਝ ਜੋ ਕੁਝ ਹੋਰ ਕਿਸੇ ਦੇ ਵੀ 5 ਭੈੜੇ ਕੰਮਾਂ ਜਾਂ 1 ਦਰਜਨ ਚੰਗੇ ਕੰਮਾਂ ਦੀ ਸੂਚੀ ਵਿੱਚ ਸ਼ਾਮਲ ਹੋਣਾ ਹੈ। ਗੌਰ ਕਰੋ, ਜੋ ਕੁਝ ਵਰਪਦਾ ਹੈ, ਇਹ ਵਿਅਕਤੀ ਯਿਸੂ ਮਸੀਹ ਨੂੰ ਮਿਲ ਚੁੱਕਾ ਹੈ ਅਤੇ ਉਸ ਦੇ ਨਾਲ ਇੱਕ ਸੰਬੰਧ ਹੈ, ਪਰ ਉਸ ਦਾ ਇੱਕ ਸੰਪੂਰਨ ਜੁੜਿਆ ਹੋਇਆ ਰਿਸ਼ਤਾ ਨਹੀਂ ਹੈ। ਉਹ ਤਾਂ ਬਸ ਮਸੀਹ ਨੂੰ ਜਾਣਦਾ ਹੈ, ਫਿਰ ਉਸ ਦੇ ਜੀਵਨ ਵਿੱਚ ਹਰ ਚੀਜ਼ ਉਸ ਹੱਦ ਤੱਕ ਜਾ ਚੁੱਕੀ ਹੈ ਅਤੇ ਉਸ ਕੋਲ ਇਸ ਨੂੰ ਬਦਲਣ ਲਈ ਕੁਝ ਵੀ ਨਹੀਂ ਹੈ। ਬਾਈਬਲ ਆਖਦੀ ਹੈ, ਜੇਕਰ ਆਪ ਇੱਕ ਘਰ ਨੂੰ ਸਾਫ਼ ਸੁਥਰਾ ਕਰਦੇ ਹੋ ਅਤੇ ਚੀਜ਼ ਨੂੰ ਝਾੜ ਸਵਾਰ ਕੇ ਸ਼ੁੱਧ ਕਰ ਲੈਂਦੇ ਹੋ ਅਤੇ ਆਪ ਇਸ ਨੂੰ ਸੱਚਾਈ ਦੇ ਨਾਲ ਨਹੀਂ ਭਰਦੇ, ਤਦ 7 ਗੁਣਾ ਹੋਰ ਭੂਤ ਪ੍ਰੇਤ ਵਾਪਸ ਆਉਂਦੇ ਹਨ। ਕਿੰਨੀ ਵਾਰ ਆਪਨੇ ਇਸ ਨੂੰ ਵਰਤਦਿਆਂ ਵੇਖਿਆ ਹੈ। ਅਸੀਂ ਲੋਕਾਂ ਨੂੰ ਯਿਸੂ ਮਸੀਹ ਦੇ ਨਾਲ ਉਦੋਂ ਤੱਕ ਨਜ਼ਦੀਕੀ ਰਿਸ਼ਤੇ ਦੇ ਵਿੱਚ ਵਧਣ ਦਾ ਮੌਕਾ ਨਹੀਂ ਦਿੰਦੇ ਜਦੋਂ ਤੱਕ ਅਸਲੀਅਤ ਨਾ ਹੋਵੇ। ਅਸੀਂ ਉਹਨਾਂ ਨੂੰ ਸਹੀ ਦਿਖਾਉਂਦੇ ਹਾਂ ਉਸ ਤਰੀਕੇ ਨਾਲ ਜਿਸ ਤਰ੍ਹਾਂ ਕਾਰਜਸ਼ੀਲ ਹੁੰਦੇ ਦਿਖਾਵਾ ਕਰਨ ਦੇ ਲਈ ਇਹ ਸਭ ਕੁਝ ਕਰਦੇ ਹਨ। ਸਾਡੇ ਵਿੱਚੋਂ ਕੋਈ ਵੀ ਬਿਨਾਂ ਮਸੀਹੀ ਜੀਵਨ ਨਹੀਂ ਰੱਖਦਾ, ਨਾ ਪਾਸਵਾਨ, ਨਾ ਬਜ਼ੁਰਗ ਅਤੇ ਨਾ ਹੀ ਕੋਈ ਹੋਰ। ਉਹਨਾਂ ਕਾਰਨਾਂ ਵਿੱਚੋਂ ਇੱਕ ਜਿਸ ਕਰਕੇ ਮੈਂ ਇੱਥੇ ਆਪਣੀਆਂ ਖੁਦ ਦੀਆਂ ਚੁਣੌਤੀਆਂ ਦੇ ਲਈ ਜਿਸ ਦੇ ਬਾਰੇ ਮੈਂ ਯੋਗ ਹਾਂ, ਉਹ ਇਸ ਕਰਕੇ ਨਹੀਂ ਕਿਉਂਕਿ ਮੈਂ ਕਿਸੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਮੈਂ ਚਾਹੁੰਦਾ ਹਾਂ ਕਿ ਆਪ ਜਾਣੋ ਕਿ ਇਹ ਸੱਚਮੁੱਚ ਉਸ ਵਿਅਕਤੀ ਦੇ ਬਾਰੇ ਕੁਝ ਨਹੀਂ ਬਦਲਦਾ ਜੋ ਇਸ ਉੱਤੇ ਖੜਦਾ ਹੈ। ਉਹ ਤਬਦੀਲੀ ਯਿਸੂ ਮਸੀਹ ਦੇ ਰਾਹੀਂ ਆਉਂਦੀ ਹੈ ਅਤੇ ਇਹ ਇੱਕ ਵਿਧੀ ਹੈ। ਉਹ ਵਿਧੀ ਵਿਸ਼ਵਾਸੀਆਂ ਦੀ ਇੱਕ ਪਿਆਰ ਭਰੀ ਸੰਗਤ ਅਤੇ ਨਿੱਜੀ ਸੰਗਤ ਦੇ ਵਿੱਚ ਪੈਦਾ ਕੀਤੀ ਜਾਣ ਦੀ ਜ਼ਰੂਰਤ ਹੈ, ਜਿਵੇਂ ਕਿ ਅਸੀਂ ਇਸ ਸ਼ੈਡੋ ਮੋਟੌਨ ਕਲੀਸਿਆ ਵਿੱਚ ਉਸਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਭਾਗ ਸੱਸਾ ਦਿਖਾਵਾ ਭਵਿੱਖ ਦੇ ਬਾਰੇ ਸੁਰੱਖਿਆ ਦੀ ਇੱਕ ਝੂਠੀ ਭਾਵਨਾ ਪੈਦਾ ਕਰਦਾ ਹੈ। ਮੈਂ ਜ਼ਿਆਦਾ ਅੱਗੇ ਪੁੱਜਣ ਦੀ ਖੁਆਇਸ਼ ਨਹੀਂ ਰੱਖਦਾ, ਪਰ ਮੈਨੂੰ ਬਸ 2 ਐਤਾਂ ਯਿਸੂ ਦੇ ਉਸ 7 ਅਧਿਆਏ ਦੇ ਸੰਦੇਸ਼ ਵਿੱਚੋਂ ਪੜ੍ਹਨ ਦਿਓ। ਮੱਤੀ ਦੀ 7 ਅਧਿਆਏ ਦੀ 22 ਐਤ ਵਿੱਚ ਇਸ ਤਰ੍ਹਾਂ ਆਖਿਆ ਹੈ, ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੂ, ਕੀ ਅਸੀਂ ਤੇਰਾ ਨਾਂ ਲੈ ਕੇ ਅਰਸਜਨਕ ਵਾਕ ਨਹੀਂ ਕੀਤੇ ਅਤੇ ਤੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਿਆ ਅਤੇ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ? ਤਦ ਮੈਂ ਉਹਨਾਂ ਨੂੰ ਸਾਫ਼ ਆਖਾਂਗਾ, ਭਾਈ ਮੈਂ ਤੁਹਾਨੂੰ ਕਦੇ ਨਹੀਂ ਜਾਣਿਆ, ਹੇ ਬੁਰਿਓ ਮੇਰੇ ਕੋਲੋਂ ਚਲੇ ਜਾਓ। ਯਿਸੂ ਜੀ ਆਖ ਰਹੇ ਹਨ, ਇੱਕ ਦਿਨ ਲੋਕ ਮੇਰੇ ਸਨਮੁਖ ਨਿਆਂ ਦੇ ਲਈ ਆਉਣਗੇ ਅਤੇ ਮੈਨੂੰ ਆਖਣਗੇ, ਹੇ ਪ੍ਰਭੂ, ਮੈਂ ਚਾਹੁੰਦਾ ਕਿ ਤੁਸੀਂ ਇਹ ਜਾਣ ਲਵੋ ਕਿ ਮੈਂ ਇੱਕ ਨੇਕ ਕਲੀਸਿਆ ਦਾ ਮੈਂਬਰ ਸੀ, ਮੈਂ ਦਾਨ ਦਿੱਤਾ ਸੀ ਅਤੇ ਮੈਂ ਉੱਚੀ ਆਵਾਜ਼ ਵਿੱਚ ਪ੍ਰਾਰਥਨਾ ਕੀਤੀ ਅਤੇ ਮੈਂ ਵਰਤ ਰੱਖਿਆ ਅਤੇ ਮੈਂ ਤੇਰੇ ਨਾਮ ਦੇ ਵਿੱਚ ਭੂਤਾਂ ਨੂੰ ਕੱਢਿਆ ਸੀ ਅਤੇ ਮੈਂ ਤੇਰੇ ਨਾਮ ਵਿੱਚ ਵੱਡੇ ਕੰਮ ਕੀਤੇ ਸਨ। ਯਿਸੂ ਜੀ ਆਖਣ ਜਾ ਰਹੇ ਹਨ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਬਾਹਰੀਪਨ ਦੇ ਬਾਰੇ ਕੋਈ ਪਰਵਾਹ ਨਹੀਂ ਕਰਦਾ। ਜੇਕਰ ਆਪ ਪਿਤਾ ਨੂੰ ਨਹੀਂ ਮਿਲ ਚੁੱਕੇ ਤਦ ਤੁਸੀਂ ਆ ਕੇ ਮੇਰੇ ਨਾਲ ਨਹੀਂ ਰਹਿ ਸਕਦੇ। ਇਹੋ ਹੀ ਸੰਦੇਸ਼ ਅੱਜ ਵਾਸਤੇ ਹੈ। ਆਪ ਆਪਣੇ ਰੱਬ ਦੇ ਰਾਹ ਵਿੱਚ ਦਿਖਾਵਾ ਨਹੀਂ ਕਰ ਸਕਦੇ। ਆਪ ਜਾਂ ਤਾਂ ਅਸਲ ਹੋ ਜਾਂ ਫਿਰ ਨਹੀਂ, ਅਤੇ ਜੇਕਰ ਆਪ ਯਿਸੂ ਮਸੀਹ ਨੂੰ ਜਾਣਦੇ ਹੋ ਤਦ ਅਸਲ ਬਣੋ।
ਮੈਂ ਨਿਕੋਦਿਮਸ ਦੇ ਬਾਰੇ ਸੋਚਦਾ ਹਾਂ। ਉਹ ਇੱਕ ਧਾਰਮਿਕ ਸ਼ਾਸਕ ਸੀ। ਉਹ ਰਾਤ ਦੇ ਸਮੇਂ ਯਿਸੂ ਕੋਲ ਆਇਆ ਅਤੇ ਇਹ ਇਸ ਕਰਕੇ ਨਹੀਂ ਸੀ ਕਿਉਂਕਿ ਉਹ ਇੱਕ ਦਿਨ ਭਰ ਮਗਨ ਰਹਿਣ ਵਾਲਾ ਮਨੁੱਖ ਸੀ। ਉਹ ਇਸ ਕਰਕੇ ਰਾਤ ਨੂੰ ਆਇਆ ਸੀ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਕੋਈ ਵੀ ਉਸ ਨੂੰ ਯਿਸੂ ਮਸੀਹ ਕੋਲ ਆਉਂਦਾ ਵੇਖੇ। ਉਹ ਘਬਰਾਇਆ ਹੋਇਆ ਸੀ ਕਿ ਉਸ ਦੇ ਸਾਥੀ ਉਸ ਨੂੰ ਧਾਰਮਿਕ ਸਿੱਖਿਆ ਦੇਣ ਵਾਲੇ ਕੋਲ ਆਉਂਦੇ ਦੇਖ ਲੈਣਗੇ, ਪਰ ਉਸ ਨੇ ਖੋਜਿਆ ਕਿ ਉਸ ਦੇ ਜੀਵਨ ਦੇ ਵਿੱਚ ਇੱਕ ਦੂਸਰਿਆਂ ਨੂੰ ਸਿੱਖਿਆ ਦੇਣ ਵਾਲੇ ਵਜੋਂ ਉਸ ਦੇ ਦਿਲ ਵਿੱਚ ਇੱਕ ਖਾਲੀ ਸਥਾਨ ਸੀ। ਇਸ ਕਰਕੇ ਇੱਕ ਰਾਤ ਉਹ ਯਿਸੂ ਦੇ ਕੋਲ ਆ ਗਿਆ ਅਤੇ ਆਖਿਆ ਕਿ ਅਬਦੀ ਜੀਵਨ ਪਾਉਣ ਲਈ ਮੈਂ ਕੀ ਕਰਾਂ। ਯਿਸੂ ਜੀ ਨੇ ਉਸ ਨੂੰ ਖੁਸ਼ਖਬਰੀ ਸੁਣਾਈ ਅਤੇ ਯਹੂਨਾ ਦੀ ਅੰਜੀਲ 3 ਅਧਿਆਇ ਵਿੱਚ ਇਹ ਨਹੀਂ ਲਿਖਦੇ ਕਿ ਕੀ ਵਰਪਿਆ ਸੀ, ਪਰ ਅਸੀਂ ਬਾਅਦ ਵਿੱਚ ਇਹ ਦੇਖਦੇ ਹਾਂ ਕਿ ਉਹ ਇੱਕ ਮਨ ਫਿਰਾਇਆ ਹੋਇਆ ਸੀ। ਯਿਸੂ ਦੇ ਜਿਉਣ ਦੇ ਅੰਤ ਵਿੱਚ ਉਸ ਨੂੰ ਸਲੀਬ ਉੱਤੋਂ ਲਾਹੁਣ ਤੋਂ ਬਾਅਦ ਅਤੇ ਉਸ ਨੂੰ ਦਫਨਾਉਣ ਦੇ ਲਈ ਲਿਆਉਣ ਤੋਂ ਬਾਅਦ ਨਿਕੋਦਿਮਸ ਨੇ ਉਸ ਨੂੰ ਦਫਨਾਉਣ ਦੇ ਵਿੱਚ ਮਦਦ ਕੀਤੀ। ਇਸ ਦੀ ਬਿਨਾਂ ਕੋਈ ਪਰਵਾਹ ਕੀਤਿਆਂ ਕਿ ਕੋਈ ਉਸ ਦੇ ਬਾਰੇ ਕੀ ਆਖੇਗਾ। ਉਹ ਪਰਮੇਸ਼ਰ ਦੇ ਨਾਲ ਇੱਕ ਅਸਲ ਸੱਚੀ ਨੇਚਾ ਦੇ ਨਾਲ ਜੁੜ ਗਿਆ ਸੀ। ਪਰਮੇਸ਼ਰ ਸਾਡੇ ਦਿਲਾਂ ਦੇ ਵਿੱਚ ਸੱਚਾਈ ਚਾਹੁੰਦਾ ਹੈ। ਮੈਂ ਅੱਜ ਕੁਝ ਲੋਕਾਂ ਦੇ ਨਾਲ ਗੱਲ ਕਰ ਰਿਹਾ ਹਾਂ ਜੋ ਕਿ ਇਹ ਖੇਡ ਖੇਡਦਿਆਂ ਆ ਰਹੇ ਹਨ। ਆਪ ਕਲੀਸਿਆ ਨੂੰ ਆਉਂਦੇ ਹੋ ਅਤੇ ਹਰ ਕੋਈ ਸੋਚਦਾ ਹੈ ਕਿ ਆਪ ਠੀਕ ਠਾਕ ਹੋ, ਪਰ ਆਪ ਦੇ ਦਿਲ ਦੀ ਗਹਿਰਾਈ ਵਿੱਚ ਆਪ ਜਾਣਦੇ ਹੋ ਕਿ ਆਪ ਇਸ ਤਰ੍ਹਾਂ ਨਹੀਂ ਹੋ। ਆਪ ਨੂੰ ਇਹ ਖੇਡ ਖੇਡਣਾ ਬੰਦ ਕਰਨ ਦੀ ਲੋੜ ਹੈ। ਕੁਝ ਸਮਾਂ ਪਹਿਲਾਂ ਵਿਲਾ ਟੈਕਸੋ ਵਿਖੋਂ ਮੈਂ ਰਹਿੰਦਾ ਸੀ। ਉੱਥੇ ਮੈਂ ਇੱਕ ਜਗ੍ਹਾ ਵਿੱਚੋਂ ਬੋਲਣ ਨੂੰ ਗਿਆ। ਮੇਰੇ ਨਾਲ ਮੇਰਾ ਬੇਟਾ ਡੇਵਿਡ ਸੀ। ਅਸੀਂ ਬਹੁਤ ਹੀ ਅਦਭੁਤ ਸਮਾਂ ਉੱਥੇ ਪਾਇਆ। ਸ਼ੁੱਕਰਵਾਰ ਅਸੀਂ ਵਾਪਸ ਘਰ ਆ ਰਹੇ ਸੀ। ਅਸੀਂ ਲਗਭਗ 8 ਵਜੇ ਫੈਨਡਿੰਗੋ ਵਿਖੇ ਵਾਪਸ ਆਉਣ ਦੇ ਲਈ ਜਹਾਜ਼ ਵਿੱਚ ਬੈਠਣ ਜਾ ਰਹੇ ਸੀ ਅਤੇ ਮੈਂ ਇੱਕ ਫੋਨ ਥਾਮਸ ਲੈਂਸਲ ਪਬਲਿਕ ਕੰਪਨੀ ਦੇ ਨਿਰਦੇਸ਼ਕਾਂ ਵਿੱਚੋਂ ਇੱਕ ਤੋਂ ਫੋਨ ਮੈਨੂੰ ਆਇਆ, ਜਿਸ ਨੇ ਮੈਨੂੰ ਪੁੱਛਿਆ ਕਿ ਜੇ ਮੈਂ ਉਸ ਦੇ ਨਾਲ ਕੁਝ ਪਲਾਂ ਲਈ ਉਸ ਹੋਸਟਲ ਦੀ ਲੌਬੀ ਵਿੱਚ ਮਿਲਣ ਦਾ ਚਾਹਵਾਨ ਹੋਵਾਂ ਜਿੱਥੇ ਕਿ ਅਸੀਂ ਰਹਿ ਰਹੇ ਸੀ। ਇਸ ਲਈ ਆਪਣੇ ਬੇਟੇ ਡੇਵਿਡ ਨੂੰ ਮੈਂ ਕਿਹਾ ਕਿਸੇ ਨੂੰ ਇਸ ਮੁਲਾਕਾਤ ਦੇ ਲਈ ਹੇਠਾਂ ਜਾਣਾ ਪੈਣਾ ਹੈ। ਅਸੀਂ ਉੱਥੇ ਗਏ ਅਤੇ ਬੈਠ ਗਏ। ਮੇਰੇ ਦੋਸਤ ਉੱਥੇ ਆਇਆ। ਮੈਂ ਜਾਣਿਆ ਕਿ ਉਸ ਦੇ ਨਾਲ ਬੈਕਰ ਸੀ। ਮੈਂ ਇਹ ਜਾਣਿਆ ਕੀ ਸੋਚਿਆ ਜਾਵੇ, ਪਰ ਮੈਂ ਖੜਾ ਹੋਇਆ ਅਤੇ ਆਪਣੇ ਦੋਸਤ ਨੂੰ ਜੀ ਆਇਆਂ ਆਖਿਆ। ਬੈਕਰ ਮੇਰੇ ਕੋਲ ਆਇਆ ਅਤੇ ਉਸਨੇ ਰੋਣਾ ਸ਼ੁਰੂ ਕੀਤਾ। ਉਸਨੇ ਆਖਿਆ, ਮੈਂ ਡਰਦਾ ਸੀ ਕਿ ਹੋ ਸਕਦਾ ਹੈ ਕਿ ਆਪ ਮੈਨੂੰ ਨਹੀਂ ਮਿਲੋਗੇ। ਮੈਨੂੰ ਡਰ ਸੀ ਕਿ ਸ਼ਾਇਦ ਹੋਰ ਕੁਝ ਹੋਰਨਾਂ ਦੀ ਤਰ੍ਹਾਂ ਆਪ ਮੈਨੂੰ ਘਿਣ ਕਰਦੇ ਹੋਵੋ। ਪਰ ਡਾਕਟਰ ਜ਼ਰਮੀਆ, ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ ਕਿ ਹਰੇਕ ਦਿਨ ਜਦੋਂ ਮੈਂ ਜੇਲ੍ਹ ਵਿੱਚ ਸੀ, ਮੈਂ ਰੇਡੀਓ ਉੱਤੇ ਆਪ ਨੂੰ ਸੁਣਦਾ ਹੁੰਦਾ ਸੀ। ਮੈਂ ਨਹੀਂ ਜਾਣਦਾ ਸੀ ਕਿ ਮੈਂ ਇਸ ਸਭ ਦੇ ਵਿੱਚੋਂ ਗੁਜ਼ਰ ਸਕਦਾ ਹਾਂ ਜਿਸ ਦੇ ਵਿੱਚੋਂ ਮੈਂ ਗੁਜ਼ਰਿਆ ਸੀ। ਜੇਕਰ ਪਰਮੇਸ਼ਰ ਦੀ ਬਾਣੀ ਦੀ ਸਿੱਖਿਆ ਨਾ ਹੋਵੇ ਅਤੇ ਮੈਂ ਨਿੱਜੀ ਤੌਰ ਤੇ ਉਸ ਦਾ ਮੇਰੇ ਜੀਵਨ ਵਿੱਚ ਕੀ ਮਾਇਨਾ ਸੀ, ਉਸ ਦੇ ਲਈ ਆਪ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਡੇਵਿਡ ਅਤੇ ਮੈਂ ਹੱਕੇ ਬੱਕੇ ਰਹਿ ਗਏ। ਸਾਡੇ ਮਨ ਦੇ ਵਿੱਚ ਇੱਕ ਭੈੜਾ ਮਨੁੱਖ ਦੀ ਤਸਵੀਰ ਬਣੀ ਹੋਈ ਸੀ। ਉਹ ਟੁੱਟਿਆ ਹੋਇਆ ਜਾਪਦਾ ਸੀ, ਕਮਜ਼ੋਰ ਅਤੇ ਤੌਬਾ ਕਰਦਾ ਹੈ। ਉਸ ਨੇ ਸਾਨੂੰ ਦੱਸਿਆ ਕਿ ਉਸ ਨਾਲ ਕੀ ਵਰਪਿਆ ਸੀ ਜਦੋਂ ਉਹ ਜੇਲ੍ਹ ਦੇ ਅੰਦਰ ਸੀ। ਇਸ ਤਰ੍ਹਾਂ ਪਰਮੇਸ਼ਰ ਨੇ ਉਸ ਦੇ ਦਿਲ ਨੂੰ ਬਦਲਿਆ ਅਤੇ ਕਿਸ ਤਰ੍ਹਾਂ ਉਸ ਨੇ ਜਾਣਿਆ ਬਹੁਤ ਸਾਰੇ ਸ਼ਬਦਾਂ ਵਿੱਚ ਕਿ ਜ਼ਿਆਦਾਤਰ ਉਸ ਦੇ ਜੀਵਨ ਵਿੱਚ ਉਸ ਦੇ ਵਿਖਾਵਾ ਕੀਤਾ। ਨੈਸ਼ਨਲ ਟੈਲੀਵਿਜ਼ਨ ਉੱਤੇ ਜੇਕਰ ਆਪ ਇਸ ਨੂੰ ਸੁਣਨਾ ਚਾਹੋ, ਪਰ ਉਸ ਜੇਲ੍ਹ ਵਿੱਚ ਉਹ ਗਹਿਰਾਈ ਵਿੱਚ ਗਿਆ ਇਸ ਅਸਲੀਅਤ ਵਿੱਚ ਕਿ ਯਿਸੂ ਮਸੀਹ ਵਿੱਚ ਉਹ ਕੌਣ ਹੈ ਅਤੇ ਮੈਨੂੰ ਉਸ ਨੂੰ ਇਹ ਆਖਣ ਦਾ ਸੁਭਾਗ ਪ੍ਰਾਪਤ ਹੋਇਆ, ਅਸੀਂ ਤੈਨੂੰ ਸਾਫ਼ ਕਰਦੇ ਹਾਂ ਅਤੇ ਅਸੀਂ ਤੈਨੂੰ ਪਿਆਰ ਕਰਦੇ ਹਾਂ। ਉਸ ਨੇ ਮੈਨੂੰ ਦੱਸਿਆ ਕਿ ਜਦੋਂ ਉਹ ਜੇਲ੍ਹ ਵਿੱਚ ਸੀ, ਬਿਲੀ ਗ੍ਰਾਮ ਉਸ ਨੂੰ ਮਿਲਣ ਲਈ ਆਇਆ ਸੀ। ਜਦੋਂ ਉਹ ਜੇਲ੍ਹ ਵਿੱਚੋਂ ਬਾਹਰ ਨਿਕਲਿਆ, ਉਸ ਨੂੰ ਇੱਕ ਕਾਰ ਦਿੱਤੀ ਅਤੇ ਗ੍ਰਾਮ ਪਰਿਵਾਰ ਨੇ ਉਸ ਦੇ ਘਰ ਦੇ ਭੁਗਤਾਨ ਕਰਨ ਲਈ ਉਸ ਨੂੰ ਪੈਸਾ ਦਿੱਤਾ ਤਾਂ ਕਿ ਉਹ ਦੁਬਾਰਾ ਫਿਰ ਨਵੀਂ ਸ਼ੁਰੂਆਤ ਕਰ ਸਕੇ। ਮੈਂ ਸੋਚਦਾ ਹਾਂ ਕਿ ਇਸੇ ਤਰ੍ਹਾਂ ਹੀ ਜੋ ਦੇਹ ਹੈ ਉਸ ਨੂੰ ਪਾਸ ਕਰਨਾ ਚਾਹੀਦਾ ਹੈ। ਮੈਂ ਉਸ ਮਨੁੱਖ ਬਾਰੇ ਇਹ ਸੋਚਣ ਤੋਂ ਨਹੀਂ ਰਹਿ ਸਕਿਆ ਜਦੋਂ ਮੈਂ ਇਸ ਸੰਦੇਸ਼ ਨੂੰ ਤਿਆਰ ਕੀਤਾ ਸੀ। ਬਾਹਰੀ ਤੌਰ ਤੇ ਕਾਮਯਾਬ, ਬਾਹਰੀ ਤੌਰ ਤੇ ਸ਼ਲਾਘਾ ਕੀਤਾ ਹੋਇਆ ਅਤੇ ਪਿਆਰ ਕੀਤਾ ਹੋਇਆ, ਪਰ ਜਦੋਂ ਤੱਕ ਉਹ ਜੇਲ੍ਹ ਦੀਆਂ 4 ਦੀਵਾਰੀਆਂ ਦੇ ਅੰਦਰ ਆਪਣੇ ਰਚਣ ਵਾਲੇ ਨੂੰ ਮਿਲਣ ਦੇ ਲਈ ਨਹੀਂ ਸੀ ਆਇਆ, ਤਦ ਉਦੋਂ ਤੱਕ ਅਸਲ ਵਿੱਚ ਪਰਮੇਸ਼ਰ ਦੇ ਨਾਲ ਉਸ ਦਾ ਅਸਲ ਰਿਸ਼ਤਾ ਨਹੀਂ ਸੀ ਜੁੜਿਆ ਜੋ ਪਰਮੇਸ਼ਰ ਚਾਹੁੰਦਾ ਸੀ ਕਿ ਅਸੀਂ ਉਸ ਦੇ ਨਾਲ ਰੱਖੀਏ। ਮੈਨੂੰ ਆਸ ਹੈ ਕਿ ਪਰਮੇਸ਼ਰ ਨੂੰ ਆਪ ਵਿੱਚੋਂ ਕਿਸੇ ਨੂੰ ਵੀ ਇਹ ਜਾਣਨ ਦੇ ਲਈ ਜੇਲ੍ਹ ਨਹੀਂ ਭੇਜਣਾ ਪੈਣਾ। ਮੈਨੂੰ ਆਸ ਹੈ ਕਿ ਜੇਕਰ ਆਪ ਯਿਸੂ ਮਸੀਹ ਨੂੰ ਨਹੀਂ ਜਾਣਦੇ ਹੋ,
ਇੱਕ ਅਸਲ ਨਿੱਜੀ ਅਤੇ ਸੱਚੇ ਤਰੀਕੇ ਦੇ ਨਾਲ, ਤਦ ਆਪ ਆਪਣਾ ਦਿਖਾਵਾ ਛੱਡ ਕੇ ਉਸ ਵਿੱਚ ਆਓ। ਆਪਣਾ ਦਿਖਾਵਾ ਛੱਡ ਕੇ ਅੱਜ ਉਸ ਵਿੱਚ ਆਓ। ਆਮੀਨ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਦੋਸਤੋ, ਅੱਜ ਅਸੀਂ ਮੱਤੀ ਦੀ ਅੰਜੀਲ ਦੇ 6 ਅਧਿਆਏ ਦੀ 1 ਤੋਂ ਲੈ ਕੇ 6 ਆਇਤਾਂ ਤੱਕ ਅਤੇ ਫਿਰ 16 ਤੋਂ ਲੈ ਕੇ 18 ਆਇਤਾਂ ਦੇ ਵਚਨਾਂ ਉੱਤੇ ਗੌਰ ਕਰ ਰਹੇ ਸੀ, ਜੋ ਕਿ ਪ੍ਰਭੂ ਯਿਸੂ ਜੀ ਦੇ ਪਹਾੜੀ ਉਪਦੇਸ਼ਾਂ ਦਾ ਇੱਕ ਹਿੱਸਾ ਹੈ। ਅੱਜ ਅਸੀਂ ਜਾਣਿਆ ਕਿ ਅਸੀਂ ਉਹ ਕੀ ਕੰਮ ਕਰ ਸਕਦੇ ਹਾਂ ਜਿਹਦੇ ਕਰਕੇ ਕਿ ਸਵਰਗ ਵਿੱਚ ਸਾਡੇ ਕੰਮਾਂ ਦੀ ਪ੍ਰਸ਼ੰਸਾ ਹੋਵੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਿਆ ਕਿ ਸਾਨੂੰ ਧਰਮ ਦੇ ਕੰਮ ਮਨੁੱਖਾਂ ਨੂੰ ਨਹੀਂ ਸਗੋਂ ਪਰਮੇਸ਼ਰ ਨੂੰ ਪ੍ਰਸੰਨ ਕਰਨ ਦੇ ਲਈ ਕਰਨੇ ਚਾਹੀਦੇ ਹਨ। ਅਸੀਂ ਦਾਨ ਦੇਣ ਬਾਰੇ, ਪ੍ਰਾਰਥਨਾ ਕਰਨ ਬਾਰੇ ਅਤੇ ਵਰਤ ਰੱਖਣ ਬਾਰੇ ਸਿੱਖ ਰਹੇ ਸੀ। ਇਸ ਤੋਂ ਬਾਅਦ ਅਸੀਂ ਆਸਨਾ ਬਾਰੇ ਜਾਣਿਆ ਕਿ ਇਹ ਕਿਉਂ ਭੈੜੇ ਹਨ। ਦੋਸਤੋ, ਅਸੀਂ ਇਹ ਵਚਨ ਪਰਮੇਸ਼ਰ ਦੇ ਦਾਸ ਡਾਕਟਰ ਡੇਵਿਡ ਜਰਮਾਇਆ ਤੋਂ ਸੁਣ ਰਹੇ ਸੀ, ਜਿਨ੍ਹਾਂ ਨੂੰ ਪਰਮੇਸ਼ਰ ਦੀ ਸੇਵਾ ਕਰਨ ਦਾ ਕਈ ਦਹਾਕਿਆਂ ਦਾ ਅਨੁਭਵ ਹੈ। ਉਹਨਾਂ ਨੇ ਸਾਨੂੰ ਬੜੇ ਹੀ ਚੰਗੇ ਅਤੇ ਸਧਾਰਨ ਤਰੀਕੇ ਨਾਲ ਇਹ ਸਮਝਾਇਆ ਕਿ ਇੱਕ ਵਿਸ਼ਵਾਸੀ ਨੂੰ ਕਿਵੇਂ ਧਰਮ ਦੇ ਕੰਮਾਂ ਨੂੰ ਕਰਨਾ ਚਾਹੀਦਾ ਹੈ ਤਾਂ ਕਿ ਉਹ ਪਰਮੇਸ਼ਰ ਤੋਂ ਇੱਕ ਪ੍ਰਤੀਫਲ ਪਾ ਸਕਣ। ਦੋਸਤੋ, ਇਹ ਮਸੀਹ ਵਿਸ਼ਵਾਸੀਆਂ ਦੇ ਲਈ ਬਹੁਤ ਜ਼ਰੂਰੀ ਸੀ ਕਿ ਉਹ ਇਹਨਾਂ ਵਚਨਾਂ ਨੂੰ ਸਿੱਖ ਕੇ ਆਤਮਿਕ ਲਾਭ ਪ੍ਰਾਪਤ ਕਰਨ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਹਾਨੂੰ ਵੀ ਇਹਨਾਂ ਵਚਨਾਂ ਦੇ ਦੁਆਰਾ ਬਹੁਤ ਆਤਮਿਕ ਲਾਭ ਮਿਲਿਆ ਹੋਵੇਗਾ। ਜੇਕਰ ਅੱਜ ਦੇ ਪ੍ਰੋਗਰਾਮ ਤੋਂ ਤੁਹਾਨੂੰ ਆਸ਼ੀਸ਼ ਮਿਲੀ ਹੈ ਤਾਂ ਸਾਡੇ ਨਾਲ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ। ਆਓ ਪ੍ਰਾਰਥਨਾ ਕਰੀਏ। ਸਾਡੇ ਸੱਚੇ ਜਿੰਦਾ ਜਲਾਲੀ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਵਚਨਾਂ ਦੇ ਲਈ ਕਿ ਪਿਤਾ ਪਰਮੇਸ਼ਰ ਤੁਸੀਂ ਪਹਾੜੀ ਉਪਦੇਸ਼ਾਂ ਤੋਂ ਸਾਨੂੰ ਸਿਖਾ ਰਹੇ ਹੋ, ਉਹ ਵਿਵਹਾਰਿਕ ਗੱਲਾਂ ਜਿਹਦੇ ਨਾਲ ਅਸੀਂ ਪਰਮੇਸ਼ਰ ਨੂੰ ਖੁਸ਼ ਕਰ ਸਕਦੇ ਹਾਂ। ਪ੍ਰਭੂ ਜੀ, ਤੁਸੀਂ ਸਾਨੂੰ ਦਾਨ ਦੇ ਵਿਸ਼ੇ 'ਚ ਸਿਖਾਇਆ, ਤੁਸੀਂ ਸਾਨੂੰ ਪ੍ਰਾਰਥਨਾ ਦੇ ਵਿਸ਼ੇ 'ਚ ਸਿਖਾਇਆ, ਤੁਸੀਂ ਸਾਨੂੰ ਵਰਤ ਦੇ ਬਾਰੇ ਸਿਖਾਇਆ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਇਹਨਾਂ ਸਾਰਿਆਂ ਗੱਲਾਂ ਵਾਸਤੇ, ਇਹਨਾਂ ਸਾਰੀਆਂ ਵਸਤੂਆਂ ਵਾਸਤੇ ਪ੍ਰਭੂ ਜੀ, ਜਿਨ੍ਹਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਮ ਨੂੰ ਉੱਚਾ ਚੁੱਕ ਸਕਦੇ ਹਾਂ। ਪਿਆਰੇ ਪਿਤਾ ਪਰਮੇਸ਼ਰ, ਅਸੀਂ ਪ੍ਰਾਰਥਨਾ ਕਰਦੇ ਹਾਂ ਸਾਡੇ ਜੀਵਨਾਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਲਈ ਗੰਭੀਰਤਾ ਪੈਦਾ ਕਰੋ। ਇਸ ਦੇ ਨਾਲ ਹੀ ਪਿਤਾ ਪਰਮੇਸ਼ਰ, ਜਿਸ ਆਸਨਾ ਬਾਰੇ ਅਸੀਂ ਅੱਜ ਗੱਲ ਨੂੰ ਸੁਣਿਆ, ਪ੍ਰਭੂ ਜੀ, ਇਹੋ ਜਿਹਾ ਕੋਈ ਵੀ ਆਸਣ, ਇਹੋ ਜਿਹਾ ਕੋਈ ਵੀ ਤਰੀਕਾ ਅਸੀਂ ਨਾ ਅਪਣਾਈਏ ਜਿਸ ਦੇ ਜ਼ਰੀਏ ਅਸੀਂ ਤੁਹਾਡੀ ਮਹਿਮਾ ਨੂੰ ਆਪਣੇ ਲਈ ਲੈ ਸਕੀਏ। ਪਿਆਰੇ ਪਿਤਾ ਪਰਮੇਸ਼ਰ, ਅਸੀਂ ਤੁਹਾਡੀ ਮਹਿਮਾ ਤੁਹਾਨੂੰ ਦਿੰਦੇ ਹਾਂ ਔਰ ਤੁਹਾਡੇ ਨਾਮ ਨੂੰ ਉੱਚਾ ਕਰਦੇ ਹਾਂ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।